ਵੈਲਕਮ। ਮੈਂ ਹਾਂ ਹਰਜੋਤ ਕੌਰ ਤੇ ਅੱਜ ਬਹੁਤ ਹੀ ਖਾਸ ਟੌਪਿਕ ਦੇ ਉੱਪਰ ਆਪਾਂ ਵੀਡੀਓ ਲੈ ਕੇ ਆਏ ਹਾਂ ਕਿਉਂਕਿ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ BSc ਨਰਸਿੰਗ ਵਾਲਿਆਂ ਲਈ ਜਿਨ੍ਹਾਂ ਨੇ 2 ਸਾਲ ਦਾ ਜਿਨ੍ਹਾਂ ਦਾ ਐਕਸਪੀਰੀਅੰਸ ਹੈ 5.5 ਬੈਂਡ ਜਿਨ੍ਹਾਂ ਕੋਲ ਨੇ ਤੇ ਤੁਹਾਡੇ ਕੋਲ ਬਹੁਤ ਵਧੀਆ ਮੌਕਾ ਹੈ ਆਸਟ੍ਰੇਲੀਆ ਦੇ ਵਿੱਚ ਸੈਟਲ ਹੋਣ ਦੇ ਲਈ। ਇਹ ਕਿਹੜਾ ਪ੍ਰੋਗਰਾਮ ਹੈ ਇਸ ਦੇ ਉੱਪਰ ਪੂਰੀ ਆਪਾਂ ਤੁਹਾਨੂੰ ਡਿਟੇਲਸ ਜੋ ਹੈ ਸਾਂਝੀਆਂ ਕਰਾਂਗੇ ਤੇ ਇਹ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਨਗੇ ਕਨੈਕਟ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਟਰ ਨਿਰਮਲ ਚਾਵਲਾ ਜੀ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰ ਇੱਕ ਬਹੁਤ ਵਧੀਆ ਪ੍ਰੋਗਰਾਮ ਪਹਿਲਾਂ ਵੀ ਆਪਾਂ ਡਿਸਕਸ ਕੀਤਾ ਤੇ ਕਈ ਕੁਐਰੀਜ਼ ਵੀ ਰਹੀਆਂ ਸੀ ਤੇ ਅੱਜ ਮੈਂ ਇੱਕ ਵਾਰ ਫਿਰ ਤੋਂ ਆਸਟ੍ਰੇਲੀਆ ਦੀ ਗੱਲ ਕਰਨਾ ਚਾਹੂੰਗੀ ਔਰ ਖਾਸ ਤੌਰ ਤੇ ਨਰਸਿੰਗ ਨੂੰ ਲੈ ਕੇ ਕਈ ਸਵਾਲ ਸਾਡੇ ਕੋਲ ਆਲਰੇਡੀ ਨੇ। ਸੋ BSc ਜਿਨ੍ਹਾਂ ਨੇ ਨਰਸਿੰਗ ਕੀਤੀ ਹੋਈ ਹੈ 2 ਸਾਲ ਦਾ ਐਕਸਪੀਰੀਅੰਸ ਹੈ ਤਕਰੀਬਨ 5.5 ਬੈਂਡ ਹੋਣ ਉਹਨਾਂ ਦੇ ਕਿਸ ਤਰੀਕੇ ਨਾਲ ਕਿਹੜੇ ਪ੍ਰੋਸੈਸ ਨਾਲ ਅਪਲਾਈ ਕਰਨ ਤੇ ਆਪਣਾ ਜੋ ਹੈ ਆਸਟ੍ਰੇਲੀਆ ਜਾਣ ਦਾ ਉਹ ਸੁਪਨਾ ਸਾਕਾਰ ਕਰ ਸਕਦੇ ਆ। ਹਰਜੋਤ ਜਿਹੜੀ ਤੁਸੀਂ ਪਹਿਲੇ ਗੱਲ ਕੀਤੀ ਸਾਡੇ ਕੋਲ ਇਨਕੁਆਇਰੀਆਂ ਸੀਗੀਆਂ ਜੀ ਵੀਜ਼ਾਸ ਕਨਵਰਟ ਵੀ ਹੋਏ ਆ GNM ਨਰਸਿੰਗ ਦੇ ਵੀਜ਼ਾਸ ਵੀ ਕਨਵਰਟ ਹੋਏ ਆ ਜੀ ਬਟ ਅਸਾਂ ਜੀ ਜਿਹੜਾ ਪ੍ਰੋਗਰਾਮ ਲੈ ਕੇ ਆਏ ਦੈਟ ਇਜ਼ ਓਨਲੀ ਫॉर BSc ਨਰਸਿੰਗ ਜਿਨ੍ਹਾਂ ਨੇ 4 ਇਅਰਸ ਦਾ ਪ੍ਰੋਗਰਾਮ ਕੀਤਾ ਕੋਰਸ ਕੀਤਾ ਹੋਇਆ। ਨਾਓ ਇਹਦੇ ਵਿੱਚ ਕੀ ਹੈਗਾ ਕਿ ਦੈਟ ਇਨੀਸ਼ੀਅਲ ਸਟੇਜ ਤੇ ਜਿਹੜੇ ਨਰਸਿਸ ਹੈਗੇ ਦੇ ਹੈਵ ਟੂ ਇਨਰੋਲ ਆਨਲਾਈਨ ਫॉर ਅ ਕੋਰਸ ਆਫ ਇੰਡੀਵਿਜੂਅਲ ਸਪੋਰਟ ਵਰਕਰ। ਸੋ ਮੈਂ ਥੋੜਾ ਕਲੈਰੀਫਾਈ ਕਰਨਾ ਚਾਹੂੰਗਾ ਜਿਹੜੇ BSc ਨਰਸਿਸ ਹੈਗੀਆਂ till they don't achieve 7 in each module they are not registered with the nursing board there, they cannot work as a nurse but ਇਹ ਪ੍ਰੋਗਰਾਮ ਜਿਹੜਾ ਹੈਗਾ ਬੜਾ ਸਪੈਸੀਫਿਕ ਪ੍ਰੋਗਰਾਮ ਹੈਗਾ ਜਿਹਦੇ ਵਿੱਚ ਜਿਹੜੀ BSc ਨਰਸਿਸ ਹੈਗੀਆਂ ਅਗਰ ਉਹ 3 ਮੰਥ ਦਾ ਕੋਰਸ ਕਰਦੇ ਇੰਡੀਵਿਜੂਅਲ ਸਪੋਰਟ ਵਰਕਰਸ ਦਾ ਕੋਰਸ ਕਰਦੇ ਹੈਗੇ they fall into skill shortage। ਠੀਕ ਹੈ। ਸੋ ਜਿਹੜੀ ਸਕਿੱਲ ਸ਼ਾਰਟੇਜ ਫਾਲ ਕਰਕੇ ਉਹਨਾਂ ਦਾ ਜਿਹੜਾ ਵੀਜ਼ਾ ਹੈਗਾ ਇਸ ਕਨਵਰਟਡ ਟੂ ਇੰਪਲੋਇਮੈਂਟ ਬੇਸਡ ਵੀਜ਼ਾ। ਠੀਕ ਹੈ। ਜਿਹੜੇ ਨਰਸਿਸ 3 ਮਹੀਨੇ ਦਾ ਕੋਰਸ ਕਰਦੇ ਹੈਗੇ they are converted into the employment based visa because ਇਸ ਕਾਲਜ ਦੇ ਵਿੱਚ they are working many care homes, they are working many community centers ਨਾਲ ਬਥੇਰਾ ਕੰਮ ਕਰ ਰਹੇ ਹੈ ਜਿਸ ਤਰ੍ਹਾਂ Hammond is one of them, Royal Mason is there and Bupa ਹੈਗਾ। so they are authorized with them। so ਜਿਹੜਾ ਸਾਡਾ ਸਟੂਡੈਂਟ ਹੈਗਾ BSc ਨਰਸਿਸ ਹੈਗੇ once they qualify the 3 months course in certificate 3 in individual sport care ਉਹਨਾਂ ਨੂੰ ਆਟੋਮੈਟਿਕਲੀ ਕਨਵਰਟ ਕਰਾ ਦਿੰਦੇ ਐਂਡ ਦੇ ਗੈਟ ਦੀ ਫੁੱਲ ਟਾਈਮ ਇੰਪਲੋਇਮੈਂਟ। ਓਕੇ, ਤੁਹਾਡੇ ਕਹਿਣ ਦਾ ਮਤਲਬ ਹੈ ਕਿ 3 ਮਹੀਨੇ ਦਾ ਕੋਰਸ ਕਰਨ ਤੋਂ ਬਾਅਦ ਸਕਿਲਡ ਵਰਕਰ ਦੀ ਕੈਟਾਗਰੀ ਵਿੱਚ ਆ ਜਾਂਦੇ ਨੇ ਤੇ ਬੜਾ ਈਜ਼ੀਲੀ ਅੱਗੋਂ ਉਹਨਾਂ ਦਾ ਜੋ ਹੈ ਫਿਊਚਰ ਜੋ ਹੈ ਬ੍ਰਾਈਟ ਹੋ ਸਕਦਾ ਹੈ ਆਸਟ੍ਰੇਲੀਆ ਦੇ ਵਿੱਚ। ਸੋ ਇਸ ਪ੍ਰੋਸੈਸ ਨੂੰ ਵੀ ਆਪਾਂ ਜ਼ਰੂਰ ਸਮਝਾਵਾਂਗੇ ਜਿਹੜਾ 3 ਮੰਥ ਦਾ ਕੋਰਸ ਹੈ ਇਸ ਨੂੰ ਲੈ ਕੇ ਕੀ ਪ੍ਰੋਸੈਸ ਰਹੇਗਾ, ਕਿਹੜੇ ਸਟੂਡੈਂਟ ਕਿਵੇਂ ਅਪਲਾਈ ਕਰ ਸਕਦੇ ਨੇ। ਹਾਲਾਂਕਿ ਬੇਸਿਕ ਆਪਾਂ ਜ਼ਰੂਰ ਦੱਸ ਚੁੱਕੇ ਹਾਂ ਕਿ ਜਿਨ੍ਹਾਂ ਨੇ BSc ਨਰਸਿੰਗ ਕੀਤੀ ਹੈ ਤਕਰੀਬਨ 2 ਸਾਲ ਦਾ ਘੱਟੋ ਘੱਟ ਐਕਸਪੀਰੀਅੰਸ ਹੈ 5.5 ਬੈਂਡ ਘੱਟੋ ਘੱਟ ਤੁਹਾਡੇ ਹੈ ਤਾਂ ਤੁਸੀਂ ਇਸ ਕੋਰਸ ਲਈ ਅਪਲਾਈ ਕਰ ਸਕਦੇ ਹੋ। ਸੋ ਇਸ ਪ੍ਰੋਸੈਸ ਨੂੰ ਵੀ ਹੋਰ ਆਪਾਂ ਚਾਹਾਂਗੇ ਕਿ ਜ਼ਰੂਰ ਕਿਉਂ ਨਾ ਕਲੀਅਰਟੀ ਦੇ ਨਾਲ ਹੋਰ ਸਮਝਾਈਏ ਕਿਵੇਂ ਐਡਮਿਸ਼ਨਸ ਹੁੰਦੀਆਂ ਨੇ, ਕੀ ਪ੍ਰੋਸੈਸ ਹੈ ਸਾਰਾ। ਹਾਂ, ਇਹਦਾ ਪ੍ਰੋਸੈਸ ਬੜਾ ਸਿੰਪਲ ਹੈਗਾ ਜੀ। ਪਹਿਲੇ ਤਾਂ they have to visit our office, ਸਾਡਾ ਆਫਿਸ ਵਿਜ਼ਿਟ ਕਰਕੇ ਆਪਣਾ ਰਿਜ਼ਿਊਮੇ ਵਾਰਾ ਦੇ ਸਕਦੇ ਹੈਗੇ। ਪ੍ਰੋਪਰ ਰਿਜ਼ਿਊਮੇ ਹੁੰਦਾ ਹੈ। ਉਸ ਤੋਂ ਬਾਅਦ ਬਿਫੋਰ ਆਫਟਰ ਦੀ ਇਨਰੋਲਮੈਂਟ ਦੀ ਫਰਸਟ ਥਿੰਗ ਇਜ਼ that they are interviewed by the nursing homes. Okay. So they will have 2 to 3 series of interviews. They need to get selected first. ठीक है। ਅਸੀਂ ਕੋਰਸ ਤਾਂ ਹੀ ਪਾਵਾਂਗੇ ਜੇ ਇੱਕ ਦਫਾ they are able to clear the employments. employment letter ਜਦ ਜਨਰੇਟ ਹੋ ਜਾਂਦੀ ਹੈ ਉਸ ਤੋਂ ਬਾਅਦ they get into this particular course ਔਰ ਉਸ ਤੋਂ ਬਾਅਦ ਆਨਲਾਈਨ ਕੋਰਸ ਕਰਨਾ ਸ਼ੁਰੂ ਕਰਦੇ ਹੈਗੇ and it is then after the course is completed that the between the course that the ਕਾਲਜ ਵਾਲੇ ਹੀ ਇਹਨਾਂ ਦਾ ਵੀਜ਼ਾ ਅੱਗੇ ਅਪਲਾਈ ਕਰਵਾਉਂਦੇ ਆ। ਓਕੇ ਜੀ, ਯਾਨੀ ਇਹ ਆਨਲਾਈਨ ਕੋਰਸ ਰਹਿੰਦਾ ਹੈ। ਹਾਂਜੀ, ਦਿਸ ਇਜ਼ ਆਨਲਾਈਨ ਕੋਰਸ ਜਿਹੜਾ ਕਿ ਅਸੀਂ ਇੰਡੀਆ ਚੋਂ ਹੀ ਕਰਦੇ ਹਾਂ। ਇਹਦੇ ਵਿੱਚ ਮਿਨੀਮਮ 5.5 ਬੈਂਡ ਹੈ ਬਟ ਵੀਲ ਪ੍ਰੈਫਰ ਜਿਹੜੇ ਬੱਚਿਆਂ ਨੇ 6 ਬੈਂਡ ਹੈ 6.5 ਬੈਂਡ ਹੈ ਉਹ ਅਪਲਾਈ ਕਰਨ ਜ਼ਿਆਦਾ ਬੈਟਰ ਹੈ ਬਿਕੋਜ਼ then they can even convert by ਉੱਥੇ ਆਪਣੀ ਰਜਿਸਟ੍ਰੇਸ਼ਨ ਨੂੰ ਕਨਵਰਜਨ ਵੀ ਕਰ ਸਕਦੇ ਐਜ਼ ਅ ਨਰਸ। ਸੋ ਜਿਸ ਦਿਨ ਕੋਈ ਬੱਚਾ ਜਿਹੜਾ ਇਸ ਬੇਸਿਸ ਤੇ ਜਾਂਦਾ ਹੈਗਾ ਐਂਡ ਅਗਰ ਉਹ ਆਪਣੇ ਆਪ ਦੀ ਕਨਵਰਟ ਕਰ ਲੈਂਦੇ ਹੈਗੇ ਇਨਟੂ ਐਜ਼ ਅ ਵਿਦ ਦੀ ਨਰਸਿੰਗ ਬੋਰਡ ਔਰ ਦੇ ਗੈਟ ਰਜਿਸਟਰਡ ਵਿਦ ਦੀ ਨਰਸਿੰਗ ਬੋਰਡ ਦੇਅਰ they can apply for permanent residency directly immediately। ਓਕੇ ਜੀ, ਬਿਲਕੁਲ। ਤੇ ਜਿਹੜਾ ਤੁਸੀਂ ਪਹਿਲਾਂ ਗੱਲ ਕੀਤੀ ਕਿ ਪਹਿਲਾਂ ਇੰਟਰਵਿਊ ਹੁੰਦਾ ਉਸ ਤੋਂ ਬਾਅਦ ਸਿਲੈਕਟ ਕੀਤਾ ਜਾਂਦਾ ਹੈ। ਹਾਂਜੀ। ਸੋ ਜਦੋਂ ਗੱਲ ਇੰਟਰਵਿਊ ਦੀ ਆਉਂਦੀ ਹੈ ਤਾਂ ਅਕਸਰ ਸਵਾਲ ਬਹੁਤ ਜ਼ਿਆਦਾ ਹੋ ਜਾਂਦੇ ਨੇ। ਸੋ ਇੰਟਰਵਿਊ ਨੂੰ ਲੈ ਕੇ ਵੀ ਮੈਂ ਜ਼ਰੂਰ ਚਾਹਾਂਗੀ ਕਿ ਕਿਸ ਤਰ੍ਹਾਂ ਦੇ ਲਈ ਕਿਸ ਤਰੀਕੇ ਨਾਲ ਪ੍ਰਿਪੇਅਰ ਹੋਣਾ ਪੈਂਦਾ ਜਿਹੜੇ ਅੱਗੇ ਇਸ ਪ੍ਰੋਸੈਸ ਤੇ ਵਧਣਾ ਚਾਹੁੰਦੇ ਨੇ। ਟੈਕਨੀਕਲੀ ਜਿਹੜੇ ਵੀ ਸਟੂਡੈਂਟਸ ਹੈਗੇ ਇਫ ਦੇ ਆਰ ਵਰਕਿੰਗ ਇਨ ਸਮ ਹਸਪੀਟਲ ਔਰ ਨਰਸਿੰਗ ਹੋਮਸ ਉਹਨਾਂ ਕੋਲ ਆਲਰੇਡੀ ਐਕਸਪੀਰੀਅੰਸ ਹੈਗਾ। ਸੋ ਇਫ ਦੇ ਹੈਵ ਦ ਐਕਸਪੀਰੀਅੰਸ ਇਨ ਆਲਰੇਡੀ ਵਰਕਿੰਗ ਇਨ ਹਸਪੀਟਲਸ। ਨਾਓ ਲੈਟ ਮੀ ਕਲੈਰੀਫਾਈ, ਅਸੀਂ ਨਰਸ ਐਜੂਕੇਟਰਸ ਆਰ ਨਾਟ ਕੁਆਲੀਫਾਈਂਗ। ਜਿਹੜੇ ਨਰਸਿਸ ਐਜ਼ ਅ ਟੀਚਿੰਗ ਕਰ ਰਹੇ ਹੈਗੇ ਦੇ ਡੂ ਨਾਟ ਕੁਆਲੀਫਾਈ। The only nurses that qualify are who are
actually working in nursing homes. किसी चाहे छोटा हॉस्पिटल है चाहे बड़ा हॉस्पिटल है, that doesn't matter. चाहे emergency ड्यूटी दे रहे हैं, चाहे जनरल वार्ड ड्यूटी दे रहे हैं, चाहे आई मीन मेंटल होम्स ਦੇ ਅੰਦਰ ਡਿਊਟੀਆਂ ਦੇ ਰਹੇ ਹੈਗੇ, that really doesn't matter. So ਉਹਨਾਂ ਕੋਲ ਆਪਣੀ ਬੇਸਿਕ ਆਪਣੀ ਫੀਲਡ ਦੀ ਨੌਲੇਜ ਤੇ ਹੁੰਦੀ ਹੈ. ਸੈਕੰਡ ਜਿਹੜੀ ਸਾਨੂੰ ਚੀਜ਼ ਚਾਹੀਦੀ ਹੈ ਕਿ that they have to understand the culture of that particular country. They have to understand the systems of that particular country. ਤਾਂ ਹੀ ਉਹਨਾਂ ਦਾ ਇੰਟਰਵਿਊ ਹੁੰਦਾ ਜਿਸ ਦੇ ਵਿੱਚ ਅਸੀਂ ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਦੇਣੀ ਹੈ. ਸੋ ਵੀ ਹੈਵ ਅ ਸਪੈਸ਼ਲ ਡੈਡੀਕੇਟਿਡ ਟੀਮ ਜਿਹੜੇ ਕਿ ਨਰਸਿਸ ਸਾਡੇ ਨਾਲ ਅਪਲਾਈ ਕਰਨਾ ਚਾਹੁੰਦੇ, ਅਸੀਂ ਉਹਨਾਂ ਨੂੰ ਪਹਿਲੇ ਟ੍ਰੇਨਿੰਗ ਦੇਣੇ ਹਾਂ. ਟ੍ਰੇਨਿੰਗ ਦੇ ਕੇ ਫਿਰ ਉਹਨਾਂ ਦੇ ਇੰਟਰਵਿਊ ਸਲੋਟ ਬੁੱਕ ਹੁੰਦੇ ਆ. ਸੋ ਦੀ ਸਲੋਟ ਕੈਨ ਆਲਸੋ ਬੁੱਕ 10 days or 15 days or 1 month ahead. ਸੋ ਸਲੋਟਸ ਬੁੱਕ ਹੁੰਦੇ ਆ, ਪਹਿਲੇ ਪ੍ਰੋਫਾਈਲ ਚੈੱਕ ਹੁੰਦਾ, ਫਿਰ ਸਲੋਟਸ ਬੁੱਕ ਹੁੰਦੇ ਆ, ਫਿਰ ਉਹਨਾਂ ਦਾ ਪਰਟੀਕੂਲਰ ਇੰਟਰਵਿਊ ਹੁੰਦਾ. ਐਂਡ ਇਫ ਦੇ ਕੁਆਲੀਫਾਈ ਫॉर द ਇੰਟਰਵਿਊ, that is when we start the process. Until unless ਜੇ ਇੰਟਰਵਿਊ ਲਈ ਕੁਆਲੀਫਾਈ ਨਹੀਂ ਕਰਦੇ, we do not start any process, and till that time we do not charge, nothing is paid to the college, or we do not charge our processing fees. Okay ਜੀ ਬਿਲਕੁਲ. ਸੋ ਯਾਨੀ ਪਹਿਲਾਂ ਤੁਸੀਂ ਪ੍ਰਿਪੇਅਰ ਹੋਣਾ ਇੰਟਰਵਿਊ ਦੇ ਲਈ, ਤੁਹਾਡਾ ਇੰਟਰਵਿਊ ਕਲੀਅਰ ਹੋ ਜਾਂਦਾ, ਤੁਸੀਂ ਆਨਲਾਈਨ ਕੋਰਸ ਕਰਦੇ ਹੋ 3 ਮਹੀਨੇ ਦਾ, ਤੇ ਉਸ ਤੋਂ ਬਾਅਦ ਜਿਹੜਾ ਪ੍ਰੋਸੈਸ ਅੱਗੋਂ ਸ਼ੁਰੂ ਹੁੰਦਾ. ਸੋ ਜਿੱਥੇ ਆਪਾਂ ਗੱਲ ਚਲੋ ਕੀਤਾ ਕਿ ਸਿਲੈਕਟ ਹੋ ਗਿਆ ਜਿੰਨੇ ਅਪਲਾਈ ਕੀਤਾ, ਉਸ ਤੋਂ ਬਾਅਦ ਉਹਨਾਂ ਨੇ ਆਨਲਾਈਨ ਕੋਰਸ ਵੀ ਕਰ ਲਿਆ, ਉਸ ਤੋਂ ਬਾਅਦ ਦਾ ਪ੍ਰੋਸੈਸ ਕੀ ਰਹਿੰਦਾ ਹੈ, ਕਿਸ ਤਰ੍ਹਾਂ ਦੀ ਡਾਕੂਮੈਂਟੇਸ਼ਨ ਦੀ ਜ਼ਰੂਰਤ ਰਹਿੰਦੀ ਹੈ? ਜਿਹੜੇ ਨਰਸਿਸ ਸਿਲੈਕਟ ਹੋ ਜਾਂਦੀ ਹੈ, they have to pay $2,000 in advance, and they get enrolled into the program. During the program ਜਦ ਉਹਨਾਂ ਦਾ ਵੀਜ਼ਾ ਅਪਲਾਈ ਹੁੰਦਾ ਹੈ, ਸੋ $2,500 ਦੁਬਾਰਾ ਪੇ ਕਰਨੇ ਪੈਂਦੇ ਆਸਟ੍ਰੇਲੀਅਨ ਡਾਲਰਸ. ਆਫ ਕੋਰਸ $4,500 ਪਹਿਲੇ ਜਾਂਦਾ ਹੈ, and the total fees of the course is $18,500. And ਜਿਹੜਾ $14,500 ਹੈਗਾ, that is to be paid after the visa is granted. And the best part is, in case the visa is not granted, the entire amount is refunded back to them. ਓਕੇ ਜੀ ਬਿਲਕੁਲ. ਯਾਨੀ ਕਿ ਇੱਥੇ ਆਪਾਂ ਬਿਲਕੁਲ ਵੀ ਘਬਰਾਉਣ ਦੀ ਗੱਲ ਨਹੀਂ ਕਹਿ ਸਕਦੇ. ਸੋ ਤੁਹਾਡਾ ਪੈਸਾ ਬਿਲਕੁਲ ਸੇਫ ਰਹਿੰਦਾ ਹੈ, ਤੁਹਾਡਾ ਪ੍ਰੋਸੈਸ ਸਹੀ ਹੁੰਦਾ ਤਾਂ ਉੱਥੇ ਫੀਸ ਪਹੁੰਚ ਜਾਂਦੀ ਹੈ, ਅਦਰਵਾਈਜ਼ ਤੁਹਾਨੂੰ ਰਿਫੰਡ ਹੋ ਜਾਂਦਾ ਹੈ. ਬਿਲਕੁਲ ਵੀ ਤੁਹਾਨੂੰ ਇਹ ਨਹੀਂ ਹੋਏਗਾ ਕਿ ਸਾਡੇ ਪੈਸੇ ਵਾਪਸ ਨਹੀਂ ਆਏ, ਅਜਿਹਾ ਕੁਝ ਵੀ ਨਹੀਂ ਹੈ. ਬਾਕੀ ਤੁਹਾਡਾ ਆਪਣਾ ਵੀ ਕੋਈ ਸਵਾਲ ਹੋਵੇ, ਲਗਾਤਾਰ ਨੰਬਰ ਅਸੀਂ ਇਸ ਲਈ ਡਿਸਪਲੇ ਕੀਤਾ ਹੋਇਆ, ਤੁਸੀਂ ਇਸ ਨੰਬਰ ਦੇ ਉੱਪਰ ਕਾਲ ਜ਼ਰੂਰ ਕਰ ਸਕਦੇ ਹੋ. ਸਪੈਸ਼ਲੀ ਆਪਾਂ ਅੱਜ ਜਿਹੜੀ ਇਹ ਗੱਲ ਕਰ ਰਹੇ ਹਾਂ BSc ਨਰਸਿੰਗ ਵਾਲਿਆਂ ਲਈ ਕਰ ਰਹੇ ਹਾਂ, ਜਿਨ੍ਹਾਂ ਦਾ ਘੱਟੋ ਘੱਟ 2 ਸਾਲ ਦਾ ਐਕਸਪੀਰੀਅੰਸ ਹੋਵੇ ਕਿਸੇ ਹਸਪੀਟਲ, ਨਰਸਿੰਗ ਹੋਮ ਜਾਂ ਕਿਤੇ ਵੀ ਤੁਹਾਡਾ ਕੰਮ ਕਰਦਿਆਂ ਦਾ, ਤੇ ਘੱਟੋ ਘੱਟ 5.5 ਬੈਂਡ ਦੀ ਰਿਕੁਆਇਰਮੈਂਟ ਹੈ, ਔਰ 3 ਮਹੀਨੇ ਦਾ ਇਹ ਆਨਲਾਈਨ ਕੋਰਸ ਕਰਕੇ ਤੁਸੀਂ ਆਸਟ੍ਰੇਲੀਆ ਵਿੱਚ ਜੋ ਹੈ ਸੈਟਲਮੈਂਟ ਆਪਣੀ ਕਰ ਸਕਦੇ ਹੋ ਨਰਸਿੰਗ ਪ੍ਰੋਫੈਸ਼ਨ ਦੇ ਵਿੱਚ. ਸਰ ਕੋਈ ਖਾਸ ਪੁਆਇੰਟਸ ਜਿਹੜੇ ਇਸ ਸਾਰੇ ਪ੍ਰੋਸੈਸ ਵਿੱਚ ਬਹੁਤ ਜ਼ਰੂਰੀ ਹੁੰਦੇ ਨੇ ਤਾਂ ਕਿ ਜਿਸਨੇ ਵੀ ਅਪਲਾਈ ਕਰਨਾ ਹੈ ਤੁਹਾਡੇ ਕੋਲ ਪਹੁੰਚੇ, ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੇ? ਐਂਡ ਅਸੀਂ ਮਿਸ ਕਰ ਗਏ ਹਾਂ ਜੀ, ਨਰਸਿਸ ਅਪ ਟਿਲ ਦੀ ਏਜ ਆਫ 45 ਕੁਆਲੀਫਾਈ. ਸੈਕੰਡ ਹੈਗੇ ਜਿਹੜੇ ਨਰਸਿਸ ਮੈਰਿਡ ਹੈ, husband है या बच्चे हैं, they can go on a spouse dependent visa, they can also join. And thirdly ਜਿਹੜੇ ਅਸੀਂ ਪੁਆਇੰਟ ਮੈਂ ਦਰਸ਼ਕਾਂ ਨੂੰ ਕਹਿਣਾ ਚਾਹੂੰਗਾ, ਨਰਸਿਸ ਜਿਹੜੇ ਅਪਲਾਈ ਕਰਦੇ ਹੈ, they must have a driving license, they must know how to drive a car. ਕਿਉਂਕਿ ਜਿਹੜੀ ਇੰਪਲੋਇਮੈਂਟ ਹਾਲੀ ਨਿਊ ਸਾਊਥ ਵੇਲਸ ਏਰੀਆ ਦੇ ਵਿੱਚ ਹੈ, ਲੈਟਸ ਸਪੋਜ਼ ਸਿਡਨੀ ਦੇ ਆਸ-ਪਾਸ, ਤੇ ਕਈ ਦਫਾ ਇਹਨਾਂ ਨੂੰ ਜਿਹੜੀ ਇੰਪਲੋਇਮੈਂਟ ਮਿਲਦੀ ਹੈ 20 ਕਿਲੋਮੀਟਰ ਆਊਟ ਆਫ ਦੀ ਸਿਟੀ ਮਿਲਦੀ ਹੈ, 30 ਕਿਲੋਮੀਟਰ ਆਊਟ ਆਫ ਦੀ ਸਿਟੀ ਮਿਲਦੀ ਹੈ. ਸੋ ਦੀ companies they want that nurses they have a driving license, they know how to drive a car. ਬਿਲਕੁਲ. ਸੋ ਤੁਸੀਂ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਦੇ ਹੋਏ ਜੋ ਹੈ ਅਪਲਾਈ ਜ਼ਰੂਰ ਕਰ ਸਕਦੇ ਹੋ. ਬਾਕੀ ਕਮੈਂਟ ਸੈਕਸ਼ਨ ਵਿੱਚ ਵੀ ਤੁਸੀਂ ਆਪਣੇ ਸਵਾਲ ਡ੍ਰੌਪ ਜ਼ਰੂਰ ਕਰ ਸਕਦੇ ਹੋ ਤਾਂ ਕਿ ਟਾਈਮਲੀ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਸਕਣ ਤੇ ਤੁਸੀਂ ਇੱਕ ਸਹੀ ਰਸਤੇ ਵੱਲ ਤੁਰਦੇ ਹੋਏ ਆਪਣੇ ਫਿਊਚਰ ਨੂੰ ਬ੍ਰਾਈਟ ਕਰ ਸਕੋ. ਸੋ ਅੱਜ ਦੀ ਵੀਡੀਓ ਤੋਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਕਾਫੀ ਕੁਝ ਨਵਾਂ ਜਾਣਨ ਨੂੰ ਜ਼ਰੂਰ ਮਿਲਿਆ ਹੋਵੇਗਾ. ਅੱਜ ਦੀ ਵੀਡੀਓ ਚੰਗੀ ਲੱਗੀ, ਇਨਫੋਰਮੇਟਿਵ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ. ਜੇਕਰ ਹੁਣ ਤੱਕ ਸਾਡੇ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਕਰ ਦਿਓ. ਸਾਈਡ ਤੇ ਜੋ ਬੈਲ ਆਈਕਨ ਹੈ ਉਸ ਨੂੰ ਵੀ ਦਬਾ ਦਿਓ ਤਾਂ ਕਿ ਜਿਵੇਂ ਹੀ ਅਸੀਂ ਨੈਕਸਟ ਇਨਫੋਰਮੇਟਿਵ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ, ਫਟਾਫਟ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਏ ਤੇ ਨਾਲ ਦੀ ਨਾਲ ਤੁਸੀਂ ਉਸ ਇਨਫੋਰਮੇਸ਼ਨ ਦਾ ਫਾਇਦਾ ਲੈ ਸਕੋ. ਤੇ ਬਹੁਤ ਬਹੁਤ ਥੈਂਕਸ ਸਰ ਕਿ ਤੁਸੀਂ ਅੱਜ ਕਾਫੀ ਇੱਕ ਚੰਗੇ ਟੌਪਿਕ ਦੇ ਉੱਪਰ ਨਰਸਿੰਗ ਵਾਲਿਆਂ ਦੇ ਲਈ ਬਹੁਤ ਇੱਕ ਚੰਗਾ ਪ੍ਰੋਗਰਾਮ ਲੈ ਕੇ ਆਏ ਹੋ. ਬਹੁਤ ਬਹੁਤ ਥੈਂਕਸ. ਥੈਂਕ ਯੂ ਜੀ. ਤੇ ਮਿਲਾਂਗੇ ਜੀ ਅਗਲੀ ਇੱਕ ਹੋਰ ਨਵੀਂ ਇਨਫੋਰਮੇਟਿਵ ਵੀਡੀਓ ਦੇ ਨਾਲ. ਟਿਲ ਦੈਨ ਯੂ ਟੇਕ ਕੇਅਰ ਆਫ ਯੋਰਸੈਲਫ. ਬਾਏ ਬਾਏ.